ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਕੌਮਿਤਾ ਮਿਨਹਾਸ ਤੇ ਮੇਰੇ ਨਾਲ ਨੇ ਅਨੂ ਖੋੜਾ ਤੇ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸ਼ੇਡਸ ਆਫ ਔਮਨ। ਜਿਵੇਂ ਤੁਹਾਨੂੰ ਪਤਾ ਹੈ ਕਿ ਸ਼ੇਡਸ ਆਫ ਵਿਮਨ ਦੇ ਵਿੱਚ ਹੁਣ ਤੱਕ ਅਸੀਂ ਬਹੁਤ ਸਾਰੀਆਂ ਔਰਤਾਂ ਨੂੰ ਤੁਹਾਡੇ ਰੂਬਰੂ ਕਰਵਾ ਚੁੱਕੇ ਹਾਂ। ਇਹਨਾਂ ਔਰਤਾਂ ਦੇ ਵਿੱਚ ਕੁਝ ਅਜਿਹੀਆਂ ਔਰਤਾਂ ਵੀ ਸੀ ਜਿਨ੍ਹਾਂ ਨੇ ਕੁਝ ਮੁਕਾਮ ਹਾਸਲ ਕੀਤਾ, ਕੋਈ ਸਟਰਗਲ ਕਰਕੇ। ਬਹੁਤ ਸਾਰੀਆਂ ਔਰਤਾਂ ਇਹਨਾਂ ਦੇ ਵਿੱਚ ਅਜਿਹੀਆਂ ਸੀ ਅਨੂ ਜਿਨ੍ਹਾਂ ਨੂੰ ਫੈਮਿਲੀ ਦੀ ਸਪੋਰਟ ਰਹੀ, ਜਿਨ੍ਹਾਂ ਦਾ ਫੈਮਿਲੀ ਬੈਕਗਰਾਉਂਡ ਬਹੁਤ ਸਟਰੋਂਗ ਸੀ, ਜਿਨ੍ਹਾਂ ਨੂੰ ਫਾਈਨੈਂਸ਼ਲੀ ਕੋਈ ਦਿੱਕਤ ਨਹੀਂ ਸੀ, ਪੜ੍ਹਾਈ ਲਿਖਾਈ ਵਿੱਚ ਵੀ ਪੇਰੈਂਟਸ ਨੇ ਜਿਹੜਾ ਅੱਛੀ ਹੈਲਪ ਕੀਤੀ ਤੇ ਉਹ ਅੱਜ ਇੱਕ ਬਹੁਤ ਅੱਛੇ ਮੁਕਾਮ ਤੇ ਪਹੁੰਚੀਆਂ। ਲੇਕਿਨ ਇਸ ਦੇ ਵਿੱਚ ਕੁਝ ਇਹੋ ਜਿਹੀਆਂ ਸ਼ਖਸੀਅਤਾਂ ਵੀ ਸੀ, ਕੁਝ ਇਹੋ ਜਿਹੀਆਂ ਮਹਿਲਾਵਾਂ ਤੇ ਔਰਤਾਂ ਵੀ ਸੀ ਜਿਨ੍ਹਾਂ ਨੂੰ ਬਹੁਤ ਸਟਰਗਲ ਕਰਨੀ ਪਈ, ਜਿਨ੍ਹਾਂ ਦਾ ਪਰਿਵਾਰ ਇੱਕ ਪਿਛੋਕੜ ਜਿਹੜਾ ਉਹ ਬਹੁਤ ਜ਼ਿਆਦਾ ਸਟਰੋਂਗ ਨਹੀਂ ਸੀ। ਸੋ ਪਹਿਲਾਂ ਉਹਨਾਂ ਨੇ ਸਟਰਗਲ ਕੀਤੀ ਪੜ੍ਹਾਈ ਦੇ ਲਈ, ਫਿਰ ਉਹਨਾਂ ਨੇ ਸਟਰਗਲ ਕੀਤੀ ਖੁਦ ਨੂੰ ਸਟੈਂਡ ਕਰਨ ਦੇ ਲਈ, ਤੇ ਹੁਣ ਅੱਜ ਦੀ ਡੇਟ ਵਿੱਚ ਬਹੁਤ ਅੱਛੇ ਮੁਕਾਮ ਤੇ ਨੇ। ਪਰ ਅੱਜ ਜਿਸ ਦੇ ਬਾਰੇ ਅਸੀਂ ਗੱਲ ਕਰਨ ਵਾਲੇ ਹਾਂ ਉਹ ਅਜੇ ਤੱਕ ਬੱਚੀ ਹੀ ਹੈ ਤੇ ਉਸ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਵਿੱਚ ਅਜਿਹਾ ਸਟਰਗਲ ਕੀਤਾ ਜਾ ਰਿਹਾ ਕਿ ਤਾਂ ਜੋ ਉਹ ਪੜ੍ਹ ਵੀ ਸਕੇ, ਉਹ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਵੀ ਚਲਾ ਸਕੇ, ਆਪਣੇ ਮਾਪਿਓ ਦੀ ਮਦਦ ਵੀ ਕਰ ਸਕੇ। ਤੇ ਤੁਸੀਂ ਗੱਲ ਕਰ ਰਹੇ ਹੋ ਸੁਖਵਿੰਦਰ ਕੌਰ ਦੀ, ਜੋ ਕਿ ਜੋਗਾਨੰਦ ਤੋਂ ਹੈ। ਬਿਲਕੁਲ, ਬਠਿੰਡਾ ਦੇ ਜੋਗਾਨੰਦ ਦੀ ਇਹ ਲੜਕੀ ਹੈਗੀ ਆ ਸੁਖਵਿੰਦਰ। ਮਹਿਜ਼ 14-15 ਸਾਲ ਦੀ ਉਮਰ ਹੈ ਇਸ ਲੜਕੀ ਦੀ। ਤੇ ਇਹ ਲੜਕੀ ਨੂੰ ਇਸ ਤੋਂ ਪਹਿਲਾਂ ਕਿ ਕੀ ਕਰਦੀ ਹੈ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੁਝ ਪ੍ਰੋਫੈਸ਼ਨ ਅੱਜ ਕੱਲ੍ਹ ਅਸੀਂ ਜੇ ਕਹਿ ਲਈਏ ਤਾਂ ਅਜਿਹਾ ਹੈ ਕਿ ਹਰ ਕੰਮ ਜਿਹੜਾ ਉਹ ਕੁੜੀਆਂ ਕਰ ਸਕਦੀਆਂ, ਸਾਨੂੰ ਪਤਾ ਹੈਗਾ ਇਸ ਬਾਰੇ। ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਫੀਲਡ, ਕੁਝ ਜਿਹੜੇ ਅਦਾਰੇ ਇਹੋ ਜਿਹੇ ਹੈਗੇ ਜਾਂ ਕੁਝ ਕੰਮ ਇਹੋ ਜਿਹੇ ਹੈਗੇ ਆ ਜਿਹੜਾ ਮੰਨਿਆ ਜਾਂਦਾ ਕਿ ਕੁੜੀਆਂ ਲਈ ਨਹੀਂ ਹੈਗੇ। ਜੇ ਅਸੀਂ ਡਰਾਈਵਿੰਗ ਦਾ ਕੰਮ ਦੇਖ ਲਈਏ ਤਾਂ ਬਹੁਤ ਵਾਰ ਮੰਨਿਆ ਜਾਂਦਾ ਹੈ ਕਿ ਬੱਸਾਂ ਕੁੜੀਆਂ ਨਹੀਂ ਚਲਾਉਂਦੀਆਂ, ਜਾਂ ਟਰੱਕ ਕੁੜੀਆਂ ਨਹੀਂ ਚਲਾਉਂਦੀਆਂ, ਜਾਂ ਹੈ ਨਾ ਆਟੋ ਟੈਂਪੂ ਇਹ ਕੁੜੀਆਂ ਨਹੀਂ ਚਲਾਉਂਦੀਆਂ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਕੰਮ ਹੈਗੇ ਆ, ਹਾਲਾਂਕਿ ਮਨਾਹੀ ਨਹੀਂ ਆ, ਜਾਂ ਬਹੁਤ ਸਾਰੀਆਂ ਕੁੜੀਆਂ, ਬਹੁਤ ਸਾਰੀਆਂ ਨਹੀਂ ਕਹਿ ਸਕਦੇ ਅਸੀਂ ਕਹਿ ਸਕਦੇ ਕਿ ਕੁਝ ਚੰਦ ਕੁੜੀਆਂ ਕਰਦੀਆਂ ਵੀ ਨੇ। ਜੀ ਬਿਲਕੁਲ, ਜਿਵੇਂ ਕਿ ਪੈਟਰੋਲ ਪੰਪ ਦੇ ਉੱਪਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਸਭ ਤੋਂ ਵੱਡੀ ਉਦਾਹਰਨ ਇਸ ਵੇਲੇ ਦੇਖਣ ਨੂੰ ਮਿਲਦੀ ਹੈ। ਪੈਟਰੋਲ ਪੰਪ ਤੇ ਕੁੜੀਆਂ ਕੰਮ ਕਰਦੀਆਂ ਨੇ, ਡਰਾਈਵਰੀ ਜਿਵੇਂ ਕਿਹਾ ਤੁਸੀਂ ਕੁੜੀਆਂ ਕਰਦੀਆਂ ਨੇ। ਮੈਨੂੰ ਨਾ ਕਈ ਵਾਰ ਇਉਂ ਮਹਿਸੂਸ ਹੁੰਦਾ ਵੀ ਅਸੀਂ ਕੁੜੀਆਂ ਨੂੰ ਕਈ ਵਾਰ ਪਿੱਛੇ ਇਹ ਕਹਿ ਕੇ ਖਿੱਚ ਲੈਂਦੇ ਆ ਵੀ ਤੂੰ ਕੁੜੀ ਹੈ, ਕਿ ਬਹੁਤ ਸਾਰੀਆਂ ਚੀਜ਼ਾਂ ਕੁੜੀਆਂ ਕਰ ਸਕਦੀਆਂ ਹੁੰਦੀਆਂ ਨੇ, ਉਹਦੇ ਅਸੀਂ ਦਿਮਾਗ ਦੇ ਵਿੱਚ ਨਾ ਵੀ ਹੋਵੇ ਅਸੀਂ ਫਿਰ ਵੀ ਉਹਦੇ ਦਿਮਾਗ 'ਚ ਪਾ ਦਿੰਦੇ ਆ ਵੀ ਤੂੰ ਇਹ ਨਾ ਕਰ ਤੂੰ ਕੁੜੀ ਹੈ, ਤੂੰ ਇਹ ਨਾ ਕਰ ਤੂੰ ਕੁੜੀ ਹੈ, ਤੂੰ ਇੱਥੇ ਨਾ ਜਾ ਤੂੰ ਕੁੜੀ ਹੈ, ਤੂੰ ਉੱਥੇ ਨਾ ਜਾ ਤੂੰ ਕੁੜੀ ਹੈ। ਉਹ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਬਿਲਕੁਲ ਇਹਨੂੰ ਇਹ ਚੀਜ਼ਾਂ ਤੁਸੀਂ ਬਿਲਕੁਲ ਸਹੀ ਕਹੀ ਕਿ ਸਾਡੀ ਸੁਸਾਇਟੀ ਵਿੱਚ, ਸਾਡੇ ਸਮਾਜ ਵਿੱਚ ਇਹ ਚੀਜ਼ਾਂ ਕਹਿਣਾ ਚਾਹੁੰਦੀਆਂ ਨੇ ਕਿ ਇਹ ਕੰਮ ਤਾਂ ਕੁੜੀਆਂ ਦੇ ਲਈ ਨਹੀਂ ਹੈਗਾ, ਇਹ ਤਾਂ ਕੰਮ ਮਤਲਬ ਬੰਦੇ ਕਰਦੇ ਨੇ। ਤੇ ਪਰ ਇਹਦੇ ਵਿੱਚ ਪਿੱਛੇ ਵੀ ਰੀਜ਼ਨ ਹੈਗੇ ਆ ਬਹੁਤ ਸਾਰੇ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਦੇਖਦੇ ਹਾਂ, ਸੋ ਕਿਤੇ ਨਾ ਕਿਤੇ ਮਾਪੇ ਉਹਨਾਂ ਚੀਜ਼ਾਂ ਤੋਂ ਡਰਦੇ ਨੇ ਕਿ ਸਾਡੀ ਧੀ ਜੇ ਕਿਤੇ ਜਾਂਦੀ ਆ ਤਾਂ ਅਜਿਹੇ ਥਾਂ ਤੇ ਜਾਵੇ ਜਿੱਥੇ ਉਹ ਸੇਫ ਹੋਵੇ, ਕਿਉਂਕਿ ਚਾਹੇ ਗਰੀਬ ਹੋਵੇ ਚਾਹੇ ਕੋਈ ਅਮੀਰ ਹੋਵੇ, ਪਰ ਆਪਣੀ ਧੀ ਦੀ ਇੱਜ਼ਤ, ਆਪਣੀ ਇੱਜ਼ਤ ਸਭ ਨੂੰ ਉਨੀ ਕੁ ਹੀ ਪਿਆਰੀ ਹੁੰਦੀ ਆ। ਸੋ ਅੱਜ ਜਿਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਸੁਖਵਿੰਦਰ, ਤੇ ਉਹ ਮਹਿਜ਼ 14-15 ਸਾਲ ਦੀ ਜਿਹੜਾ ਲੜਕੀ ਹੈਗੀ ਆ, ਉਹ ਆਟੋ ਚਲਾਉਂਦੀ ਆ। ਸੋ ਬਿਲਕੁਲ ਅੱਜ ਜਿਸ ਅਸੀਂ ਗੱਲ ਕਰਨ ਜਾ ਰਹੇ ਹਾਂ, ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਸੁਖਵਿੰਦਰ ਲੜਕੀ ਹੈਗੀ ਹੈ, ਮਹਿਜ਼ 14-15 ਸਾਲ ਉਸਦੀ ਉਮਰ ਹੈ। ਬਠਿੰਡਾ ਦੇ ਜੋਗਾਨੰਦ ਦੀ ਉਹ ਲੜਕੀ ਆ, ਤੇ ਉਸ ਲੜਕੀ ਵੱਲੋਂ ਉਹ ਆਟੋ ਚਲਾਉਂਦੀ ਆ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ, ਤੇ ਸਕੂਲ ਵਿੱਚ ਪੜ੍ਹਦੀ ਵੀ ਹੈ, 10ਵੀਂ ਦੀ ਸਟੂਡੈਂਟ ਹੈਗੀ ਆ ਉਹ। ਤੇ ਇਸ ਤੋਂ ਇਲਾਵਾ ਘਰ ਦੇ ਵੀ ਕੰਮਕਾਰ ਕਰਦੀ ਹੈ, ਤੇ ਆਪਣੀ ਮਾਂ ਦਾ ਹੱਥ ਵਟਾਉਣ ਦੇ ਲਈ ਖੇਤਾਂ ਦੇ ਵਿੱਚ ਨਰਮਾ ਵੀ ਚੁਗਦੀ ਆ, ਤੇ ਹੋਰ ਬਹੁਤ ਸਾਰੇ ਕੰਮ ਜਿਹੜੇ ਆ ਉਹ ਆਪਣੇ ਮਤਲਬ ਪਿਤਾ ਦਾ ਵੀ ਹੱਥ ਵਟਾਉਂਦੀ ਹੈ, ਮਾਂ ਦਾ ਵੀ ਹੱਥ ਵਟਾਉਂਦੀ ਹੈ, ਆਪਣੇ ਪੜ੍ਹਾਈ ਦੇ ਲਈ ਵੀ ਜਦੋਜਹਿਦ ਕਰ ਰਹੀ ਹੈ, ਤੇ ਆਪਣੀ ਛੋਟੀ ਭੈਣ ਨੂੰ ਘਰ ਵਿੱਚ ਪੜ੍ਹਾਉਂਦੀ ਵੀ ਹੈ, ਕਿਉਂਕਿ ਟਿਊਸ਼ਨ ਦੇ ਦੇਣ ਦੇ ਲਈ ਜਿਹੜੇ ਟਿਊਸ਼ਨ ਦੇ ਲਈ ਪੈਸੇ ਨਹੀਂ ਹੈਗੇ ਉਸਦੇ ਕੋਲ। ਬਿਲਕੁਲ, ਔਰ ਸਭ ਤੋਂ ਵੱਡੀ ਗੱਲ ਇੱਥੇ ਇਹ ਦੇਖਣ ਨੂੰ ਮਿਲਦੀ ਹੈ ਕਿ ਉਹ ਜਿਹੜੀ ਬੱਚੀ ਹੈ ਉਹਦਾ ਸੁਪਨਾ ਇਹ ਹੈ ਵੀ ਮੈਂ ਟੀਚਰ ਬਣਨਾ।
ਇਸ ਵੇਲੇ ਸਭ ਤੋਂ ਜ਼ਿਆਦਾ ਜੱਦੋ-ਜਹਿਦ ਜੀ ਉਹਨੂੰ ਕਰਨੀ ਪੈ ਰਹੀ ਹੈ, ਆਪਣੀ ਪੜ੍ਹਾਈ ਵਾਸਤੇ ਕਰਨੀ ਪੈ ਰਹੀ ਹੈ, ਕਿਉਂਕਿ ਸਾਰੇ ਕੰਮ ਉਹਨੇ ਕਰਨੇ ਹੁੰਦੇ ਨੇ, ਘਰ ਦਾ ਕੰਮ ਵੀ ਕਰਨਾ, ਆਟੋ ਵੀ ਚਲਾਉਣਾ, ਉਸ ਤੋਂ ਬਾਅਦ ਪਾਪਾ ਦੀ ਮਦਦ ਕਰਨੀ, ਦੁਕਾਨ ਤੇ ਵੀ ਜਾਣਾ, ਆਪਣੀ ਸਿਸਟਰ ਨੂੰ ਪੜਾਉਣਾ ਜਿੰਨਾ ਕੋ ਕਰ ਸਕਦੀ ਹੈ, ਕਿਉਂਕਿ ਘਰ ਦੇ ਹਾਲਾਤ ਇਦਾਂ ਦੇ ਨੇ ਕਿ ਨਾ ਤਾਂ ਆਪਣੀ ਪੜ੍ਹਾਈ ਦੀ ਫੀਸਾਂ ਪੂਰੀਆਂ ਦੇ ਸਕਦੇ ਨੇ ਤੇ ਨਾ ਹੀ ਆਪਣੀ ਜਿਹੜੀ ਮਤਲਬ ਉਹਦੀ ਸਿਸਟਰ ਹੈ ਜਿਹੜੀ ਉਹਨੂੰ ਟਿਊਸ਼ਨ ਪੜਾਇਆ ਜਾ ਸਕੇ, ਉਹਦੇ ਵੀ ਪੈਸੇ ਉਹ ਨਹੀਂ ਭਰ ਸਕਦੇ, ਇਸ ਕਰਕੇ ਟਿਊਸ਼ਨ ਵੀ ਉਹ ਖੁਦ ਹੀ ਪੜ੍ਹਾ ਰਹੀ ਹੈ ਔਰ ਸੁਪਨਾ ਵੀ ਉਹਦਾ ਟੀਚਰ ਬਣਨ ਦਾ ਹੀ ਹੈ। ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕਿ ਇਸ ਟਾਈਮ ਦੇ ਉੱਤੇ ਜਦੋਂ ਲੋਕਡਾਊਨ ਲੱਗ ਗਿਆ ਸੀਗਾ, ਸੋ ਜਿਹੜੀ ਪੜ੍ਹਾਈ ਸੀਗੀ ਉਹ ਆਨਲਾਈਨ ਹੋ ਗਈ ਸੀਗੀ ਕਿ ਆਨਲਾਈਨ ਹੁਣ ਬੱਚਿਆਂ ਨੂੰ ਪੜਾਇਆ ਜਾਵੇਗਾ। ਸੋ ਪਹਿਲਾਂ ਇਹ ਗੱਲਾਂ ਹੋ ਰਹੀਆਂ ਸੀ ਵੀ ਬਈ ਸਾਰਿਆਂ ਕੋਲੇ ਮੋਬਾਈਲ ਫੋਨਸ ਹੈਗੇ ਨੇ, ਸਮਾਰਟਫੋਨਸ ਹੈਗੇ ਨੇ, ਸਾਰੇ ਪੜ੍ਹ ਸਕਦੇ ਨੇ, ਪਰ ਇਹ ਉਹਨਾਂ ਕੁਝ ਕੁ ਲੋਕਾਂ ਵਿੱਚੋਂ ਇੱਕ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਫੋਨ ਨਹੀਂ ਹੈਗਾ, ਜਿਹੜੇ ਕਿ ਆਨਲਾਈਨ ਲਾਕਡਾਊਨ ਦੇ ਵਿੱਚ ਵੀ ਬਹੁਤ ਸਾਰੇ ਕੇਸਿਸ ਜਿਹੇ ਸਾਹਮਣੇ ਆਏ ਸੀਗੇ, ਜਿਹੜੇ ਬੱਚੇ ਕਹਿੰਦੇ ਸੀ ਕਿ ਅਸੀਂ ਆਨਲਾਈਨ ਪੜ੍ਹਾਈ ਨਹੀਂ ਕਰ ਪਾ ਰਹੇ ਕਿਉਂਕਿ ਸਾਡੇ ਕੋਲ ਸਮਾਰਟਫੋਨ ਨਹੀਂ ਹੈਗੇ। ਸਾਡੀਆਂ ਸਰਕਾਰਾਂ ਵੱਲੋਂ ਤਾਂ ਚਲੋ ਇੱਕ ਰਾਹ ਚੁਣ ਲਿਆ ਗਿਆ ਸੀ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਇਫੈਕਟ ਨਾ ਹੋਵੇ, ਪਰ ਸੁਖਵਿੰਦਰ ਵੀ ਉਹਨਾਂ ਬੱਚਿਆਂ ਚੋਂ ਇੱਕ ਹੈਗੀ ਆ ਜੋ ਆਨਲਾਈਨ ਪੜ੍ਹਾਈ ਇਸ ਲਈ ਹੀ ਨਹੀਂ ਕਰ ਪਾ ਰਹੀ ਕਿਉਂਕਿ ਉਹਨਾਂ ਦੇ ਕੋਲ ਮੋਬਾਈਲ ਫੋਨ ਨਹੀਂ ਹੈਗਾ। ਜੇ ਅਸੀਂ ਉਹਨਾਂ ਦੇ ਬਾਰੇ ਜਾਣੀਏ ਤਾਂ ਉਹ ਦੱਸਦੇ ਨੇ ਕਿ ਉਹਨਾਂ ਦੇ ਕੋਲ ਇੰਨੇ ਕੁ ਪੈਸੇ ਹੀ ਹੁੰਦੇ ਆ ਕਿ ਗੁਜ਼ਾਰਾ ਚੱਲ ਸਕੇ ਘਰ ਦਾ, ਸੋ ਸਮਾਰਟਫੋਨ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ। ਸੋ ਇਸ ਵੇਲੇ ਪੜ੍ਹਾਈ ਵੀ ਸਫਰ ਹੋ ਰਹੀ ਆ ਉਸਦੀ, ਪਰ ਇਸ ਦੇ ਨਾਲ ਹੀ ਸੁਖਵਿੰਦਰ ਨੇ ਉਹਨੂੰ ਇਹ ਵੀ ਕਿਹਾ ਆ ਕਿ ਉਸਨੂੰ ਉਮੀਦ ਹੈ ਜਾਂ ਉਹ ਇੱਕ ਉਮੀਦ ਲਗਾਈ ਬੈਠੇ ਆ, ਸੁਖਵਿੰਦਰ ਵੀ ਉਹਦੀ ਫੈਮਿਲੀ ਵੀ, ਕਿ ਸਾਡੀ ਬੱਚੀ ਇੰਨੀ ਸਟਰਗਲ ਤਾਂ ਕਰ ਹੀ ਰਹੀ ਹੈ ਪਰ ਕੋਈ ਹੱਥ ਮਦਦ ਦਾ ਅਜਿਹਾ ਅੱਗੇ ਆਵੇ ਤਾਂ ਜੋ ਉਹਨਾਂ ਦੀ ਬੱਚੀ ਦਾ ਸੁਪਨਾ ਪੂਰਾ ਹੋ ਸਕੇ। ਬਿਲਕੁਲ, ਬਹੁਤ ਸਾਰੇ ਇਦਾਂ ਦੇ ਲੋਕ ਹੈਗੇ ਵੀ ਨੇ, ਬਹੁਤ ਸਾਰੀ ਇਹੋ ਜਿਹੀ NGOs ਵੀ ਨੇ ਜਿਹੜੀ ਕਿ ਮਦਦ ਕਰਦੀਆਂ, ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਜਾਂ ਜਿਨ੍ਹਾਂ ਕੋਲ ਘਰ ਦਾ ਗੁਜ਼ਾਰਾ ਕਰਨ ਜੋਗੇ ਪੈਸੇ ਨਹੀਂ ਹੈਗੇ, ਆਪਣਾ ਰਾਸ਼ਨ ਪਾਣੀ ਪਾਉਣ ਜੋਗੇ ਵੀ ਪੈਸੇ ਨਹੀਂ ਹੈਗੇ, ਉਹਨਾਂ ਦੀ ਮਦਦ ਜ਼ਰੂਰ ਕਰਦੇ ਨੇ। ਸੋ ਅਸੀਂ ਵੀ ਇਹੋ ਉਮੀਦ ਕਰਦੇ ਹਾਂ ਕਿ ਇਹਨਾਂ ਨੂੰ ਵੀ ਬਹੁਤ ਜਲਦ ਕੋਈ ਇਦਾਂ ਮਦਦ ਦਾ ਹੱਥ ਮਿਲੇ ਤਾਂ ਕਿ ਇਹਨਾਂ ਦਾ ਗੁਜ਼ਾਰਾ ਜਿਹੜਾ ਹੈ ਚੰਗਾ ਹੋ ਸਕੇ, ਹੋਰ ਬਿਹਤਰ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉ ਸਕਣ। ਬਿਲਕੁਲ, ਇੱਥੇ ਇੱਕ ਹੋਰ ਜਿਹੜੀ ਬਿਹਤਰੀਨ ਗੱਲ ਇਹ ਹੈਗੀ ਹੈ ਕਿ ਇਹਨੂੰ ਜਦੋਂ ਸਿਰਫ ਮਹਿਜ਼ 9 ਸਾਲ ਦੀ ਉਮਰ ਦੇ ਵਿੱਚ ਸੁਖਵਿੰਦਰ ਨੇ ਆਟੋ ਚਲਾਉਣਾ ਜਿਹੜਾ ਉਹ ਸ਼ੁਰੂ ਕੀਤਾ ਸੀ, ਆਪਣੇ ਫਾਦਰ ਤੋਂ ਸਿੱਖਿਆ ਸੀ। ਉਹਦੇ ਫਾਦਰ ਨੂੰ ਪੋਲੀਓ ਹੋ ਗਿਆ ਸੀਗਾ ਬਚਪਨ ਵਿੱਚ ਹੀ, ਤਾਂ ਉਹ ਹੈਂਡੀਕੈਪਡ ਨੇ। ਸੋ ਪਿਤਾ ਦੀ ਹਾਲਤ ਦੇਖ ਕੇ ਉਸਨੇ ਸੋਚਿਆ ਕਿ ਉਹ ਵੀ ਆਪਣੇ ਪਿਤਾ ਦੇ ਨਾਲ ਮਦਦ ਕਰੇ। 9 ਸਾਲ ਦੀ ਉਮਰ ਵਿੱਚ ਹੀ ਉਸਨੇ ਆਟੋ ਸਿੱਖਣਾ ਜਿਹੜਾ ਸਿੱਖ ਲਿਆ। ਉਸ ਤੋਂ ਬਾਅਦ ਵਿੱਚ ਉਹ ਖੁਦ ਵੀ ਦੱਸਦੀ ਹੈ ਕਿ ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ, ਆਲੇ ਦੁਆਲੇ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਇਹ ਕੁੜੀਆਂ ਆਟੋ ਨਹੀਂ ਚਲਾਉਂਦੀਆਂ ਹੈਗੀਆਂ। ਪਰ ਇੱਥੇ ਇੱਕ ਜਿਹੜੀ ਮੈਨੂੰ ਵਧੀਆ ਗੱਲ ਜਿਹੜੀ ਲੱਗੀ ਆ ਉਹ ਇਹ ਲੱਗੀ ਆ ਕਿ ਸੁਖਵਿੰਦਰ ਦੱਸਦੀ ਹੈ ਕਿ ਔਰ ਉਹਦੇ ਪੇਰੈਂਟਸ ਵੀ ਇਹ ਚੀਜ਼ ਦੱਸਦੇ ਆ ਕਿ ਉਹ ਕੁੜੀ ਤੇ ਮੁੰਡੇ ਵਿੱਚ ਫਰਕ ਨਹੀਂ ਸਮਝਦੇ ਹੈਗੇ। ਉਹਨਾਂ ਨੇ ਕਦੀ ਮਨਾ ਨਹੀਂ ਕੀਤਾ ਤੇ ਉਹ ਲੜਕੀ ਦੇ ਮੁਤਾਬਕ ਉਸਦੇ ਦਾਦੇ ਨੇ ਵੀ ਇਸ ਵਿੱਚ ਸਪੋਰਟ ਕੀਤੀ। ਹਾਲਾਂਕਿ ਬਹੁਤ ਸਾਰਾ ਤਬਕਾ ਅਜੇ ਵੀ ਇਦਾਂ ਦਾ ਹੈਗਾ ਜਿਹੜਾ ਕੁੜੀਆਂ ਨੂੰ ਰੋਕਦਾ ਹੈ, ਟੋਕਦਾ, ਉਹਨੂੰ ਲੱਗਦਾ ਕਿ ਇਹ ਚੀਜ਼ ਕੁੜੀਆਂ ਦੇ ਲਈ ਨਹੀਂ ਹੈਗੀ। ਸੋ ਇਸ ਪੱਖੋਂ ਫੈਮਿਲੀ ਦੀ ਕਾਫੀ ਹੈਲਪ ਰਹੀ। ਸੋ ਹੋਰ ਕੀ ਕੁਛ ਕਿਸ ਤਰੀਕੇ ਨਾਲ ਸੁਖਵਿੰਦਰ ਜਿਹੜਾ ਆ ਆਟੋ ਚਲਾਉਂਦੀ ਆ, ਕਿਸ ਤਰੀਕੇ ਨਾਲ ਘਰਦਿਆਂ ਦੀ ਮਦਦ ਕਰਦੀ ਹੈ ਤੇ ਕੀ ਸੁਪਨੇ ਨੇ, ਸੋ ਤੁਸੀਂ ਉਸ ਦੀ ਜ਼ੁਬਾਨੀ ਹੀ ਸੁਣੋ। ਘਰ ਦੇ ਹਾਲਾਤ ਬਹੁਤ ਹੀ ਮਾੜੇ ਨੇ। ਮੈਂ ਘਰ ਦੇ ਖਰਚ ਚਲਾਉਣ ਵਾਸਤੇ ਆਟੋ ਚਲਾਉਂਦੀ ਹਾਂ। ਆਪਣੀ ਤਾਈ ਜੀ ਨਾਲ ਨਰਮਾ ਵੀ ਚੁਗਣ ਜਾਂਦੀ ਹਾਂ। ਮੈਂ ਦੁਪਹਿਰ ਤੱਕ ਨਰਮਾ ਚੁਗਦੀ ਹਾਂ, ਉਸ ਤੋਂ ਬਾਅਦ ਫਿਰ ਮੈਂ ਆਟੋ ਚਲਾਉਣ ਲੱਗ ਜਾਂਦੀ ਹਾਂ। ਪਾਪਾ ਜੀ ਛੋਟੇ ਸਨ ਜਦੋਂ ਕਿ ਉਹਨਾਂ ਦੀਆਂ ਲੱਤਾਂ ਨੂੰ ਪੋਲੀਓ ਹੋ ਗਿਆ। ਉਹ ਕੋਈ ਕੰਮ ਨਹੀਂ ਕਰ ਸਕਦੇ, ਇਸ ਕਰਕੇ ਉਹਨਾਂ ਨੇ ਮੈਨੂੰ ਆਟੋ ਚਲਾਉਣ ਦਿੱਤਾ ਤੇ ਮੈਨੂੰ ਸਿਖਾਇਆ ਆਟੋ। ਮੈਂ 9 ਸਾਲ ਦੀ ਸੀ ਜਦੋਂ ਮੈਂ ਆਟੋ ਚਲਾਉਣ ਲੱਗ ਪਈ। ਸਕੂਲ ਅਸੀਂ 7 ਵਜੇ ਜਾਂਦੇ ਹਾਂ ਤਾਂ ਉਦੋਂ ਮੈਂ ਆਟੋ ਚਲਾ ਕੇ ਹੀ ਸਕੂਲ ਲੈ ਕੇ ਜਾਂਦੀ ਹਾਂ। ਫਿਰ ਪਾਪਾ ਸਕੂਲੋਂ ਆਟੋ ਲੈ ਆਉਂਦੇ ਨੇ। ਜਦੋਂ ਸਾਨੂੰ 3 ਵਜੇ ਛੁੱਟੀ ਹੁੰਦੀ ਆ ਤਾਂ ਉਸ ਟਾਈਮ ਹੀ ਮੈਂ ਵੀ ਆਟੋ ਲੈ ਕੇ ਆਉਂਦੀ ਹਾਂ। ਮੈਂ ਅਤੇ ਮੇਰੇ ਪਾਪਾ ਸ਼ਾਮ ਨੂੰ ਜਾਂਦੇ ਹਾਂ ਤਾਂ ਅਸੀਂ ਉਦੋਂ ਨਹਿਰ ਤੱਕ ਹੀ ਆਟੋ ਚਲਾਉਣੀਆਂ ਨੇ। ਸਾਨੂੰ ਜ਼ਿਆਦਾ ਆਮਦਨ ਨਹੀਂ ਹੁੰਦੀ ਪਰ ਇੰਨੀ ਕੁ ਆਮਦਨ ਜ਼ਰੂਰ ਹੋ ਜਾਂਦੀ ਹੈ
ਜਿਸ ਕਾਰਨ ਅਸੀਂ ਆਪਣੇ ਘਰ ਦਾ ਖਰਚ ਕੱਢ ਸਕੀਏ। ਫਾਦਰ ਤਾਂ ਇੰਨਾ ਨਹੀਂ ਕਰਦੇ ਸੀ ਮੇਰੇ ਪਾਪਾ, ਪਰ ਲੋਕ ਕਹਿੰਦੇ ਸੀ ਵੀ ਕੁੜੀਆਂ ਨੂੰ ਆਟੋ ਨਹੀਂ ਚਲਾਉਣ ਦੇਣਾ, ਪਰ ਪਾਪਾ ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਸਮਝਦੇ। ਉਹਨਾਂ ਨੇ ਮੈਨੂੰ ਆਟੋ ਸਿਖਾਇਆ, ਮੈਂ ਆਟੋ ਚਲਾਉਣ ਲੱਗੀ, ਤਾਂ ਇੱਦਾਂ ਸਾਡਾ ਗੁਜ਼ਾਰਾ ਹੋਈ ਗਿਆ। ਇਹ ਔਖਾ ਤਾਂ ਨਹੀਂ ਲੱਗਦਾ, ਪਰ ਕਈ ਨੇ ਵੀ ਜਿਹੜੇ ਕਹਿੰਦੇ ਆ ਵੀ ਕੁੜੀ ਆਟੋ ਨਹੀਂ ਚਲਾਉਣ ਦੇਣਾ, ਪਰ ਨਹੀਂ, ਪਾਪਾ ਨੇ ਮੈਨੂੰ ਆਟੋ ਸਿਖਾਇਆ, ਮੈਂ ਆਟੋ ਚਲਾਉਣੀ ਆ, ਹੁਣ ਕੋਈ ਕੁਛ ਨਹੀਂ ਬੋਲਦਾ। ਮੰਮੀ ਪਾਪਾ ਨੇ ਮੈਨੂੰ ਪੂਰਾ ਸਪੋਰਟ ਕੀਤਾ ਆਟੋ ਚਲਾਉਣ 'ਚ, ਦਾਦਾ ਦਾਦੀ ਵੀ ਕੁਛ ਨਹੀਂ ਬੋਲੇ। ਬੁਰਾ ਮਹਿਸੂਸ ਹੁੰਦਾ ਸੀ ਵੀ ਕੁੜੀਆਂ ਤੇ ਮੁੰਡਿਆਂ ਵਿੱਚ ਐਡਾ ਵੱਡਾ ਫਰਕ ਸਮਝਿਆ, ਪਰ ਹੁਣ ਉਹਨਾਂ ਨੂੰ ਵੀ ਪਤਾ ਵੀ ਕੁੜੀਆਂ ਕੁਝ ਵੀ ਕਰ ਸਕਦੀਆਂ, ਮੁੰਡਿਆਂ ਦੇ ਬਰਾਬਰ ਖੜੀਆਂ ਹੋ ਸਕਦੀਆਂ। ਮੈਂ ਟੀਚਰ ਬਣਨਾ ਚਾਹੁੰਦੀ ਹਾਂ, ਇਹ ਮੇਰਾ ਸੁਪਨਾ, ਅਤੇ ਮੈਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਖੁਦ ਉਠਾਉਣਾ ਚਾਹੁੰਦੀ ਹਾਂ, ਤਾਂ ਜੋ ਆਪਣੇ ਘਰ ਦਾ ਖਰਚ ਖੁਦ ਚਲਾ ਸਕਾਂ, ਆਪਣੀ ਭੈਣ ਨੂੰ ਪੜ੍ਹਾ ਕੇ ਕੋਈ ਵਧੀਆ ਅਫਸਰ ਬਣਵਾ ਸਕਾਂ। ਸਾਡੇ ਪਰਿਵਾਰ ਦਾ ਖਰਚ ਹੁਣ ਠੀਕ ਠਾਕ ਹੀ ਹੈ, ਜ਼ਿਆਦਾ ਖਰਚ ਨਹੀਂ ਕੱਢ ਸਕਦੇ ਸੀ ਆਟੋ ਤੋਂ, ਇਸ ਕਰਕੇ ਮੈਂ ਆਪਣੇ ਪਿਤਾ ਜੀ ਨਾਲ ਦੁਕਾਨ 'ਤੇ ਥੋੜ੍ਹਾ ਬਹੁਤਾ ਹੱਥ ਵਟਾਉਂਦੀ ਹਾਂ। ਮੈਂ 10th ਕਲਾਸ ਵਿੱਚ ਹਾਂ, ਮੈਂ ਅੱਗੇ ਹੋਰ ਪੜ੍ਹਨਾ ਚਾਹੁੰਦੀ ਹਾਂ, ਬਹੁਤ ਵੱਡਾ ਸੁਪਨਾ ਮੇਰਾ, ਤਾਂ ਕਿ ਮੈਂ ਪੜ੍ਹ ਲਿਖ ਕੇ ਕੁਝ ਵਧੀਆ ਬਣ ਸਕਾਂ। ਮੈਂ ਸਰਕਾਰੀ ਸਕੂਲ ਵਿੱਚ ਪੜ੍ਹਦੀ ਹਾਂ, ਬਠਿੰਡੇ ਜਾਂਦੇ ਹਾਂ ਅਸੀਂ ਆਟੋ 'ਤੇ, ਮੈਂ ਅਤੇ ਮੇਰੀ ਭੈਣ ਦੋਨੇ ਅਸੀਂ ਘਰ ਵਿੱਚ ਹੀ ਪੜ੍ਹ ਲੈਂਦੇ ਹਾਂ, ਟਿਊਸ਼ਨ ਨਹੀਂ ਜਾ ਸਕਦੀ। ਅਸੀਂ ਆਟੋ ਵਿੱਚੋਂ ਇੰਨਾ ਪੈਸਾ ਨਹੀਂ ਹੁੰਦਾ, ਕਿਉਂਕਿ ਫਿਰ ਟਿਊਸ਼ਨ ਦੀ ਫੀਸ ਦੇਣੀ ਪੈਂਦੀ ਹੈ, ਇਸ ਲਈ ਸਾਡੇ ਤੋਂ ਟਿਊਸ਼ਨ ਦੀ ਫੀਸ ਨਹੀਂ ਜਮ੍ਹਾਂ ਹੋ ਸਕਦੀ। ਮੈਂ ਆਪਣੀ ਭੈਣ ਨੂੰ ਘਰ ਵਿੱਚ ਹੀ ਟਿਊਸ਼ਨ ਦਿੰਦੀ ਹਾਂ। ਮੈਂ ਟੀਚਰ ਬਣਨਾ ਚਾਹੁੰਦੀ ਹਾਂ, ਤਾਂ ਕਿ ਸਮਾਜ ਨੂੰ ਵੀ ਸਿੱਖਿਆ ਦੇ ਸਕਾਂ। ਕੁੜੀਆਂ ਮੁੰਡਿਆਂ ਨਾਲੋਂ ਹਮੇਸ਼ਾ ਹੀ ਅੱਗੇ ਨੇ ਅਤੇ ਅੱਗੇ ਹੀ ਰਹਿਣਗੀਆਂ। ਕੁੜੀਆਂ ਅਤੇ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ, ਕਿਉਂਕਿ ਜੋ ਕੰਮ ਮੁੰਡੇ ਕਰ ਸਕਦੇ ਉਹ ਹੁਣ ਕੁੜੀਆਂ ਵੀ ਕਰ ਸਕਦੀਆਂ ਨੇ। ਮੈਂ ਦੁਪਹਿਰ ਤੋਂ ਸ਼ਾਮ ਤੱਕ ਆਟੋ ਚਲਾ ਲੈਂਦੀ ਹਾਂ, ਜੇ ਤਾਂ ਮੈਂ ਆਪਣੀ ਪੜ੍ਹਾਈ ਰਾਤ ਨੂੰ ਅੰਦਰ ਬਹਿ ਕੇ ਹੀ ਕਰ ਲੈਂਦੀ ਹਾਂ, ਨਾਲੇ ਆਪਣੀ ਭੈਣ ਨੂੰ ਪੜ੍ਹਾ ਦਿੰਦੀ ਹਾਂ, ਖੁਦ ਦੀ ਪੜ੍ਹਾਈ ਵੀ ਜਾਰੀ ਰੱਖਦੀ ਹਾਂ। ਪਰ ਹੁਣ ਔਨਲਾਈਨ ਪੜ੍ਹਾਈ ਹੋਣ ਕਾਰਨ ਮੈਂ ਜ਼ਿਆਦਾ ਟਾਈਮ ਆਪਣੀ ਪੜ੍ਹਾਈ ਵੱਲ ਨਹੀਂ ਦੇ ਸਕਦੀ, ਕਿਉਂਕਿ ਸਾਡੇ ਕੋਲ ਫ਼ੋਨ ਨਹੀਂ ਜਿਸ 'ਤੇ ਮੈਂ ਪੜ੍ਹਾਈ ਕਰ ਸਕਾਂ ਔਨਲਾਈਨ। ਬੁਰਾ ਮਹਿਸੂਸ ਹੁੰਦਾ ਵੀ ਸਭ ਨੇ ਆਪਣੀ ਪੜ੍ਹਾਈ ਜਾਰੀ ਰੱਖੀ, ਪਰ ਮੈਂ ਆਪਣੀ ਪੜ੍ਹਾਈ ਨਹੀਂ ਕਰ ਸਕਦੀ। ਮੇਰੀ ਮੰਗ ਇਹੀ ਆ ਵੀ ਬਸ ਪੜ੍ਹਾਈ ਪੂਰੀ ਹੋਣੀ ਆ, ਮੈਨੂੰ ਵੀ ਕੋਈ ਹੈਲਪ ਨਹੀਂ ਦੇ ਪੜ੍ਹਾਈ ਕਰਨ ਵਿੱਚ। ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਸੁਖਵਿੰਦਰ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ, ਆਪਣੇ ਪਿਤਾ ਦਾ ਹੱਥ ਵਟਾਉਣ ਲਈ, ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਆਟੋ ਵੀ ਚਲਾਉਂਦੀ ਹੈ, ਤੇ ਆਪਣੀ ਮਾਂ ਦੇ ਨਾਲ ਖੇਤਾਂ ਦੇ ਵਿੱਚ ਕਪਾਹ ਵੀ ਚੁਗਣ ਜਾਂਦੀ ਹੈ, ਆਪਣੀ ਭੈਣ ਨੂੰ ਪੜ੍ਹਾਉਂਦੀ ਵੀ ਹੈ, ਤਾਂ ਜੋ ਬਾਹਰ ਟਿਊਸ਼ਨ ਦੀਆਂ ਫੀਸਾਂ ਜਿਹੜੀਆਂ ਨਹੀਂ ਦੇ ਸਕਦੇ, ਇਸ ਲਈ ਭੈਣ ਦੀ ਜਿਹੜੀ ਪੜ੍ਹਾਈ ਉਹ ਘਰ ਵਿੱਚ ਹੀ ਹੋ ਸਕੇ। ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਹ ਛੋਟੀ ਜਿਹੀ ਬੱਚੀ ਜਿਹੜੀ ਆ ਉਹ ਨਿਭਾ ਰਹੀ ਹੈ। ਤੇ ਪਰ ਇੱਥੇ ਇੱਕ ਚੀਜ਼ ਇਹ ਹੈ ਕਿ ਸਾਡੀਆਂ ਸਰਕਾਰਾਂ, ਸਾਡੇ ਸਿਸਟਮ, ਬਹੁਤ ਸਾਰੀਆਂ ਸੰਸਥਾਵਾਂ ਜਿਹੇ ਲੋਕਾਂ ਲਈ ਕੰਮ ਵੀ ਕਰਦੀਆਂ ਹਨ, ਪਰ ਇੱਥੇ ਇਹ ਚੀਜ਼ ਹੈ ਕਿ ਉਸ ਤੱਕ ਕੋਈ ਨਹੀਂ ਪਹੁੰਚਿਆ ਮਦਦ ਲਈ। ਬਿਲਕੁਲ, ਮੈਨੂੰ ਇਉਂ ਲੱਗਦਾ ਹੈ ਕਿ ਇਸ ਉਮਰ ਦੇ ਵਿੱਚ ਜਿਹੜੀ ਉਹਦੀ ਉਮਰ ਹੈ, ਉਸ ਵੇਲੇ ਬੱਚੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਮਤਲਬ ਜੇ ਖੇਡਣਾ ਹੈ ਤਾਂ ਗੇਮ ਕਿਹੜੀ ਖੇਡਣੀ ਹੈ, ਕਿਹਦੇ ਨਾਲ ਖੇਡਣਾ ਹੈ, ਇੱਕ ਲਹਿਜ਼ਾ ਵੀ ਨਹੀਂ ਹੁੰਦਾ ਵੀ ਮੈਂ ਗੱਲ ਕਿਸ ਤਰੀਕੇ ਦੇ ਨਾਲ ਕਿਸੇ ਨਾਲ ਕਰਨੀ ਹੈ, ਇੰਨਾ ਕੁਝ ਸੋਚਣਾ ਵੀ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ। ਨਹੀਂ ਤਾਂ ਅੱਜ ਕੱਲ੍ਹ ਅਸੀਂ ਵੱਡੀ ਉਮਰ ਦੇ ਬੱਚਿਆਂ ਨੂੰ ਹੀ ਦੇਖ ਲੈਂਦੇ ਹਾਂ ਕਿਸ ਤਰੀਕੇ ਦੇ ਨਾਲ ਉਹ ਆਪਣੇ ਮਾਂ-ਬਾਪ ਦੇ ਸਾਹਮਣੇ ਮੰਗ ਰੱਖਦੇ ਨੇ ਵੀ ਮੈਨੂੰ ਇਹ ਚੀਜ਼ ਚਾਹੀਦੀ ਹੈ, ਮੈਨੂੰ ਉਹ ਚੀਜ਼ ਚਾਹੀਦੀ ਹੈ, ਪਰ ਉਹ ਬੱਚੀ ਸਿਰਫ 9 ਜਾਂ 10 ਸਾਲ ਦੀ ਉਮਰ ਦੇ ਵਿੱਚ ਜਦੋਂ ਉਹਨੇ ਸੋਚਿਆ ਵੀ ਹਾਂ ਮੇਰੇ ਘਰ ਦੇ ਵਿੱਚ ਲੋੜ ਹੈਗੀ ਹੈ ਤਾਂ ਮੈਂ ਸਾਰਾ ਕੁਝ ਆਪਣਾ ਸਮਰਪਣ ਉੱਥੇ ਕਰਾਂ, ਆਪਣੀ ਮਦਰ ਦੇ ਨਾਲ ਵੀ ਹੱਥ ਵਟਾਵਾਂ, ਪਾਪਾ ਦੇ ਨਾਲ
ਨਾਲ ਵੀ ਹੱਥ ਵਟਾਵਾਂ, ਮੈਂ ਆਟੋ ਵੀ ਚਲਾਵਾਂ ਘਰ ਦਾ ਗੁਜ਼ਾਰੇ ਲਈ, ਇਹ ਚੀਜ਼ ਦਿਮਾਗ ਦੇ ਵਿੱਚ ਆਉਣੀ ਇੱਕ ਚੰਗੀ ਪਰਵਰਿਸ਼ ਦਾ ਹੀ ਨਤੀਜਾ ਹੋ ਸਕਦਾ। ਬਿਲਕੁਲ ਅੱਜ ਆਪਣੇ ਪਿਤਾ ਦਾ ਸਹਾਰਾ ਆ ਔਰ ਮਾਪਿਓ ਨੂੰ ਇਸ ਚੀਜ਼ ਤੇ ਬਹੁਤ ਪ੍ਰਾਊਡ ਹੈ ਕਿ ਉਹਨਾਂ ਦੀ ਬੱਚੀ ਜਿਹੜੀ ਆ ਉਹਨਾਂ ਨਾਲ ਹੈਲਪ ਕਰ ਰਹੀ ਹੈ। ਔਰ ਜੇ ਮਾਪੇ ਦੀ ਅਸੀਂ ਬ੍ਰੇਕ ਤੋਂ ਬਾਅਦ ਉਸਦੇ ਪੇਰੈਂਟਸ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਵਾਵਾਂਗੇ। ਉਸੇ ਪੇਰੈਂਟਸ ਮਾਣ ਮਹਿਸੂਸ ਕਰਦੇ ਨੇ, ਉਸੇ ਪੇਰੈਂਟ ਮਾਣ ਮਹਿਸੂਸ ਕਰਦੇ ਨੇ ਕਿ ਉਹਨਾਂ ਦੀ ਬੱਚੀ ਹੈ ਤੇ ਉਹ ਕਹਿੰਦੇ ਕਿ ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਸਾਡੀ ਬੱਚੀ ਜਿਹੜੀ ਆ ਮਤਲਬ ਇਹ ਇੱਕ ਲੜਕੀ ਆ। ਉਹ ਇਸੇ ਤਰ੍ਹਾਂ ਮਹਿਸੂਸ ਕਰਦੇ ਨੇ ਕਿ ਇਹ ਲੜਕਾ ਹੈ, ਜਿਸ ਤਰੀਕੇ ਨਾਲ ਜ਼ਿੰਮੇਵਾਰੀਆਂ ਉਸਨੇ ਸੰਭਾਲੀਆਂ ਹੋਈਆਂ ਨੇ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਹੋਰ ਲੋਕ ਜਿਹੜੇ ਆਲੇ ਦੁਆਲੇ ਦਾ ਸਮਾਜ ਆ ਇਸ ਨੂੰ ਬਹੁਤ ਹੀ ਇੱਕ ਚੰਗੇ ਤਰੀਕੇ ਦੇ ਨਾਲ ਦੇਖੇ। ਬਹੁਤ ਸਾਰੇ ਲੋਕ ਅਜਿਹੇ ਲੋਕਾਂ ਦੇ ਲਈ ਜਿਹੜਾ ਮਦਦ ਦਾ ਹੱਥ ਵੀ ਅੱਗੇ ਵਧਾਉਂਦੇ ਆ। ਸੋ ਸੁਖਵਿੰਦਰ ਨੇ ਵੀ ਬਾਰ-ਬਾਰ ਇਹੀ ਚੀਜ਼ ਅਪੀਲ ਕੀਤੀ ਹੈ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦੀ ਹੈ। ਹੋਰ ਕੰਮਕਾਰ ਤਾਂ ਉਹ ਕਰ ਹੀ ਰਹੀ ਹੈ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ, ਪਰ ਕਿਤੇ ਨਾ ਕਿਤੇ ਉਮੀਦ ਵੀ ਹੈ, ਉਸਨੂੰ ਆਸ ਵੀ ਹੈ ਕਿ ਕੋਈ ਸ਼ਾਇਦ ਹੱਥ ਮਦਦ ਦਾ ਅੱਗੇ ਆਏਗਾ ਤਾਂ ਜੋ ਉਹ ਆਪਣੀ ਪੜ੍ਹਾਈ ਜਿਹੜੀ ਆ ਉਹ ਪੂਰੀ ਕਰ ਸਕੇ। ਬਿਲਕੁਲ ਜੀ। ਤੇ ਗੱਲਾਂ ਬਾਤਾਂ ਜਿਹੜੀਆਂ ਨੇ ਹੋਰ ਵੀ, ਕਿਉਂਕਿ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਮਨ ਸਾਡਾ ਵੀ ਭਰ ਆਉਂਦਾ, ਅਸੀਂ ਵੀ ਇਮੋਸ਼ਨਲ ਹੋ ਜਾਂਦੇ ਹਾਂ, ਪਰ ਸਮਾਂ ਵੀ ਸਾਨੂੰ ਦੇਖਣਾ ਪੈਂਦਾ। ਅਸੀਂ ਗੱਲਾਂ ਬਾਤਾਂ ਹੋਰ ਵੀ ਕਰਾਂਗੇ ਪਰ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਸ਼ੋਅ ਚੱਲ ਰਿਹਾ ਜੀ ਸ਼ੇਡਸ ਆਫ ਵਿਮਨ। ਕਮਿਤਾ ਜੀ, ਅਸੀਂ ਸੁਖਵਿੰਦਰ ਦੇ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਪਰ ਉਸ ਤੋਂ ਪਹਿਲਾਂ ਜਿਵੇਂ ਕਿ ਅਸੀਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਕਿ ਅੱਜ ਕੱਲ੍ਹ ਫੀਲਡ ਦੇ ਵਿੱਚ ਵੀ ਇਹ ਦੇਖਿਆ ਜਾਂਦਾ ਵੀ ਇਹ ਚੀਜ਼ ਕੁੜੀਆਂ ਵਾਸਤੇ ਹੈ, ਇਹ ਚੀਜ਼ ਮੁੰਡਿਆਂ ਵਾਸਤੇ ਹੈ। ਅੱਜ ਵੀ ਇਹ ਸਾਰਾ ਕੁਝ ਚੱਲਦਾ। ਜਿਵੇਂ ਕੰਡਕਟਰ ਦੀ ਜੋਬ ਹੋ ਗਈ, ਉਹਦੇ ਵਾਸਤੇ ਵੀ ਅੱਜ ਕੁੜੀਆਂ ਭਰਤੀ ਕਰ ਰਹੀਆਂ ਨੇ, ਪਰ ਉਸ ਤੋਂ ਪਹਿਲਾਂ ਅਸੀਂ ਆਰਮੀ ਦੇ ਵਿੱਚ ਕਈ ਵਾਰ ਦੇਖਦੇ ਹੁੰਦੇ ਆ ਕਿ ਇਹ ਚੀਜ਼ ਐਕਸੈਪਟ ਨਹੀਂ ਕੀਤੀ ਜਾਂਦੀ ਕਿ ਸਾਡੇ ਵੱਡੇ ਅਹੁਦੇ ਦੇ, ਸਾਡੇ ਤੋਂ ਵੱਡੇ ਅਹੁਦੇ ਦੇ ਉੱਤੇ ਕਿ ਕੋਈ ਕੁੜੀ ਤੈਨਾਤ ਹੋਵੇ। ਇਹ ਚੀਜ਼ ਬਹੁਤ ਜ਼ਿਆਦਾ ਵਿੱਚ ਮਤਲਬ ਇੰਟਰਫੇਅਰ ਹੋ ਜਾਂਦੀ ਹੈ ਕਿ ਕੁੜੀਆਂ ਦੇ ਰਸਤੇ ਦੇ ਵਿੱਚ ਇੱਕ ਅੜਚਨ ਬਣ ਜਾਂਦੀ ਹੈ ਜਦੋਂ ਐਕਸੈਪਟੈਂਸ ਨਹੀਂ ਮਿਲਦੀ ਇਸ ਚੀਜ਼ ਨੂੰ। ਬਿਲਕੁਲ ਇਹ ਚੀਜ਼ ਤਾਂ ਹੈ ਹੀ ਹੈ। ਅਸੀਂ ਬਹੁਤ ਸਾਰੀਆਂ ਜਿਹੜੀਆਂ ਅੱਛੇ ਅਹੁਦੇ ਤੇ ਤੈਨਾਤ ਹੈਗੀਆਂ ਨੇ ਲੇਡੀਜ਼, ਅਸੀਂ ਉਹਨਾਂ ਦੀ ਵੀ ਇੰਟਰਵਿਊ ਕਰ ਚੁੱਕੇ ਹਾਂ ਤਾਂ ਉਹਦੇ ਵਿੱਚ ਇਹ ਚੀਜ਼ ਵੀ ਸਾਹਮਣੇ ਆਈ ਆ। ਉਹਨਾਂ ਦਾ ਇਹ ਕਹਿਣਾ ਹੈ ਕਿ ਚਾਹੇ ਸੁਸਾਇਟੀ ਸਮਾਜ ਕੁੜੀਆਂ ਦੇ ਲਈ ਬਹੁਤ ਬਦਲ ਚੁੱਕਿਆ ਹੈ, ਜਾਂ ਕਹਿ ਲਈਏ ਕਿ ਅੱਛੇ ਮੁਕਾਮ ਤੇ ਜਿਹੜੀਆਂ ਕੁੜੀਆਂ ਪਹੁੰਚ ਗਈਆਂ, ਵੱਡੇ ਵੱਡੇ ਅਹੁਦਿਆਂ ਤੇ ਬੈਠੀਆਂ ਹੋਈਆਂ ਨੇ, ਪਰ ਉਹ ਵੀ ਇਹ ਚੀਜ਼ ਮੰਨਦੇ ਨੇ ਕਿ ਜਦੋਂ ਇੱਕ ਕੁੜੀ ਵੱਡੇ ਅਹੁਦੇ ਤੇ ਬੈਠੀ ਹੁੰਦੀ ਆ ਤਾਂ ਕਿਤੇ ਨਾ ਕਿਤੇ ਜੇ ਉਸਦੇ ਨੀਚੇ ਵਾਲਾ ਸਟਾਫ ਜਿਹੜਾ ਹੈਗਾ ਆ, ਜੂਨੀਅਰ ਸਟਾਫ ਜਿਹੜਾ ਹੈਗਾ ਆ, ਉਹ ਹੱਦ ਤੱਕ ਮਹਿਸੂਸ ਕਰਦਾ ਇਹ ਉਹਨਾਂ ਦੀ ਕਮਾਂਡ ਮੰਨਣ ਤੋਂ ਜਾਂ ਉਹਨਾਂ ਦੇ ਜਿਹੜੇ ਉਹਨਾਂ ਦੇ ਅੰਡਰ ਕੰਮ ਕਰਨ ਤੋਂ। ਸੋ ਇਹ ਚੀਜ਼ ਤਾਂ ਹੈਗੀ ਹੈ। ਸੋ ਮੈਨੂੰ ਲੱਗਦਾ ਹੈ ਕਿ ਇਹ ਇੱਕਦਮ ਬਦਲਾਵ ਨਹੀਂ ਆ ਸਕਦਾ, ਹੌਲੀ ਹੌਲੀ ਇਹ ਬਦਲਾਵ ਆਉਂਦਾ ਰਹੇਗਾ। ਪਹਿਲਾਂ ਵੀ ਕਾਫੀ ਕੁਝ ਬਦਲਿਆ ਹੈ ਤੇ ਉਮੀਦ ਕਰਦੇ ਹਾਂ ਕਿ ਜਿਹੜੀ ਆ ਚੰਗੀ ਸੋਚ ਤੇ ਸੁਖਾਵੀਂ ਸੋਚ ਜਿਹੜੀ ਆ ਉਹ ਕਿਤੇ ਨਾ ਕਿਤੇ ਸਾਡੇ ਸਮਾਜ ਨੂੰ ਬਦਲਦੀ ਰਹੇਗੀ। ਤੇ ਜਿੱਦਾਂ ਸੁਖਵਿੰਦਰ ਜਿਸ ਲੜਕੀ ਦੀ ਅਸੀਂ ਗੱਲ ਕਰ ਰਹੇ ਹਾਂ, ਸਮਾਜ ਵਿੱਚ ਅਜਿਹੀਆਂ ਜਿਹੜੀਆਂ ਬੱਚੀਆਂ ਨੇ, ਅਜਿਹੀਆਂ ਕੁੜੀਆਂ ਨੇ, ਉਹ ਵੀ ਕਿਤੇ ਨਾ ਕਿਤੇ ਪ੍ਰੇਰਨਾ ਸਰੋਤ ਜਿਹੜੀਆਂ ਉਹ ਬਣਦੀਆਂ ਨੇ ਸਮਾਜ ਦੇ ਲਈ। ਹੁਣ ਅਸੀਂ ਪਹਿਲਾਂ ਅਸੀਂ ਦੱਸਿਆ ਕਿ ਅਸੀਂ ਦਿਖਾਇਆ ਤੁਹਾਨੂੰ ਕਿ ਸੁਖਵਿੰਦਰ ਨਾਲ ਦੇ ਰੂਬਰੂ ਕਰਵਾਇਆ ਤੁਹਾਨੂੰ। ਉਹ ਆਟੋ ਚਲਾਉਂਦੀ ਆ ਤੇ ਘਰ ਦਾ ਗੁਜ਼ਾਰਾ ਵੀ ਜਿਹੜਾ ਕਰਦੀ ਹੈ, ਆਪਣੇ ਘਰ ਦੀਆਂ ਹੋਰ ਜ਼ਿੰਮੇਵਾਰੀਆਂ ਵੀ ਨਿਭਾਉਂਦੀ ਹੈ। ਸੋ ਜਦੋਂ ਅਜਿਹੇ ਬੱਚੇ ਹੁੰਦੇ ਨੇ ਤਾਂ ਪੇਰੈਂਟਸ ਵੀ ਆਪਣੇ ਆਪ 'ਚ ਜਿਹੜਾ ਮਾਣ ਮਹਿਸੂਸ ਕਰਦੇ ਨੇ। ਬਿਲਕੁਲ, ਕਈ ਵਾਰ ਇੱਦਾਂ ਸੁਸਾਇਟੀ ਦੇ ਵਿੱਚ ਦੇਖਣ ਨੂੰ ਮਿਲਦਾ ਬਈ ਬਹੁਤ ਸਾਰੇ ਇੱਦਾਂ ਦੇ ਕਿੱਸੇ ਆਉਂਦੇ ਨੇ ਜਿੱਥੇ ਸੁਸਾਇਟੀ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਪੇਰੈਂਟਸ ਦਾ ਬ੍ਰੇਨ ਵਾਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਹਨਾਂ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰਦੀ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਕਿ ਕੁੜੀਆਂ ਨੂੰ ਬਾਹਰ ਨਾ ਭੇਜੋ, ਕੁੜੀਆਂ ਨੂੰ ਇਹ ਕੰਮ ਕਰਨ ਤੋਂ ਰੋਕਿਆ ਜਾਵੇ। ਉਹਨਾਂ ਨੂੰ ਉਹਨਾਂ ਦੀ ਮਿਆਰ ਦੱਸੀ ਜਾਂਦੀ ਹੈ, ਉਹਨਾਂ ਨੂੰ ਉਹਨਾਂ ਦਾ ਲੈਵਲ ਦੱਸਿਆ ਜਾਂਦਾ, ਉਹਨਾਂ ਨੂੰ ਉਹਨਾਂ ਦੀ ਲਿਮਿਟ ਦੱਸੀ ਜਾਂਦੀ ਹੈ, ਕਿਤੇ ਨਾ ਕਿਤੇ ਦਾਇਰਾ ਦੱਸਿਆ ਜਾਂਦਾ ਵੀ ਤੁਸੀਂ ਇਸ ਤੋਂ ਬਾਹਰ ਨਹੀਂ ਜਾਣਾ। ਪਰ ਇਹ ਜਿਹੜੀ ਸੁਖਵਿੰਦਰ ਕੁੜੀ ਹੈ, ਉਹਦੇ ਪੇਰੈਂਟਸ ਜਿਹੜੇ ਨੇ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ। ਉਹਨਾਂ ਨੇ ਬਹੁਤ ਮਤਲਬ ਉਹਦੇ ਆਸ-ਪਾਸ ਦੇ ਲੋਕਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਵੀ ਕੁੜੀਆਂ ਆਟੋ ਨਹੀਂ ਚਲਾਉਂਦੀਆਂ, ਚੰਗੀਆਂ ਨਹੀਂ ਲੱਗਦੀਆਂ, ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ। ਜਿਹੜੇ ਕਸਟਮਰਸ ਜਿਹੜੇ ਨੇ ਉਹ ਕਿੱਦਾਂ ਦੇ ਮਿਲਦੇ ਨੇ, ਪੈਸੇਂਜਰ ਕਿੱਦਾਂ ਦੇ ਮਿਲਦੇ ਨੇ, ਉਹਨਾਂ ਦਾ ਬਿਹੇਵੀਅਰ ਵੱਖੋ-ਵੱਖਰੇ ਤਰੀਕੇ ਦਾ ਹੁੰਦਾ। ਸੋ ਕੁੜੀਆਂ ਕਿਸ ਤਰੀਕੇ ਦੇ ਨਾਲ ਉਹਨੂੰ ਮੈਨੇਜ ਕਰਨਗੀਆਂ, ਕੁੜੀਆਂ ਨੂੰ ਬੋਲਣ ਦਾ ਨਹੀਂ ਪਤਾ ਲੱਗਦਾ। ਕਈ ਲੋਕਾਂ ਦੀ ਸੋਚ ਹਾਲੇ ਤੱਕ ਇੰਨੀ ਕੁ ਵੀ ਹੈ ਵੀ ਜਿਹੜੀਆਂ ਕੁੜੀਆਂ ਨੂੰ ਹਾਲੇ ਤੱਕ ਜਿਹੜੀਆਂ ਘਰ ਨਹੀਂ ਸਾਂਭ ਸਕਦੀਆਂ, ਉਹ ਬਾਹਰ ਜਾ ਕੇ ਕਿਸ ਤਰੀਕੇ ਦੇ ਨਾਲ ਆਫਿਸ ਦੇ ਵਿੱਚ ਕੰਮ ਕਰਨਗੀਆਂ ਜਾਂ ਸਮਾਜ ਦੇ ਵਿੱਚ ਵਿਚਰਨਗੀਆਂ। ਉਹਨਾਂ ਨੂੰ ਇੰਨੀ ਸਮਝ ਨਹੀਂ ਹੈਗੀ, ਉਹਨਾਂ ਨੂੰ ਸਮਝਾਉਣ ਦੀ ਲੋੜ ਹੈ, ਉਹਨਾਂ ਨੂੰ ਦੱਸਣ ਦੀ ਲੋੜ ਹੈ। ਬਟ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ, ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਸੁਖਵਿੰਦਰ ਦੇ ਪੇਰੈਂਟਸ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਆਪਣੀ ਬੇਟੀ ਦੇ ਕੰਮ ਨੂੰ ਸਮਝਿਆ, ਉਹ ਕਰਨਾ ਕੀ ਚਾਹੁੰਦੀ ਹੈ ਇਹ ਸਮਝਿਆ ਕਿ ਉਹ ਕੀ ਕਰਨਾ ਚਾਹੁੰਦੀ ਹੈ, ਉਸ ਵਿੱਚ ਉਸਦਾ ਸਾਥ ਦਿੱਤਾ। ਤੇ ਉਹਨਾਂ ਨੂੰ ਇਹ ਵੀ ਚੀਜ਼ ਅੱਜ ਖੁਸ਼ੀ ਵੀ ਹੋ ਰਹੀ ਆ ਕਿ ਉਹਨਾਂ ਦੀ ਬੇਟੀ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਹੋਈਆਂ ਨੇ। ਸੋ ਉਸਦੇ ਪਿਤਾ ਬਲਬੀਰ ਸਿੰਘ, ਉਹਨਾਂ ਦਾ ਇਹੀ ਕਹਿਣਾ ਆ ਕਿ ਮੈਨੂੰ ਮਾਣ ਮਹਿਸੂਸ ਹੁੰਦਾ, ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ।
ਬਹੁਤ ਵਧੀਆ ਲੱਗਦਾ ਜੀ ਮੇਰੀ ਬੇਟੀ ਆਟੋ ਚਲਾ ਰਹੀ ਹੈ। ਪਰ ਮੈਂ ਸਮਾਜ ਨੂੰ ਵੀ ਇਹੀ ਚਾਹਣਾ ਜੀ, ਕੋਈ ਬੇਟੀ ਦੇ ਵਿੱਚ ਫਰਕ ਨਹੀਂ ਚਾਹਣਾ ਕਰਨਾ ਚਾਹੀਦਾ ਵੀ ਜੋ ਹੁਣ ਮੇਰੇ 2 ਬੇਟੀਆਂ ਜੀ, ਮੈਨੂੰ ਉਹ ਵੱਡਾ ਬੇਟਾ ਹੈ, ਛੋਟੀ ਬੇਟੀ ਹੈ ਜੀ। ਮੈਨੂੰ ਮੇਰੇ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਕੰਮ ਕਰਾਉਂਦੀ ਹੈ, ਮੇਰੇ ਨਾਲ ਹੱਥ ਵਟਾਉਂਦੀ ਹੈ, ਜੋ ਵੀ ਸਾਡੀ ਦੁਕਾਨ ਤੇ ਹੈ। ਨਹੀਂ ਕਦੇ ਕਿਵੇਂ ਜਿਵੇਂ ਵੀ ਹੈ ਸਾਡੇ ਉਤਰ ਹੈ ਜੀ ਸਾਡੇ ਪਰਿਵਾਰ ਦਾ। ਸਾਨੂੰ ਬਹੁਤ ਮਾਣ ਹੈ ਜੀ ਉਹ ਬੇਟੀ ਤੇ। ਪਰ ਉਹ ਟੀਚਰ ਬਣਨਾ ਚਾਹੁੰਦੀ ਹੈ ਜੀ, ਕਹਿੰਦੀ ਮੈਂ ਟੀਚਰ ਬਣਨਾ ਪੜ੍ਹ ਲਿਖ ਕੇ। ਪਰ ਮੇਰੇ ਵੱਲੋਂ ਤਾਂ ਪੂਰੀ ਸਪੋਰਟ ਹੈ ਜੀ, ਪਰ ਉਹਦੀ ਮਜਬੂਰੀ ਕਰਕੇ ਉਹਨੂੰ ਪੜ੍ਹਨ ਦਾ ਵੀ ਬਹੁਤ ਟਾਈਮ ਲੱਗਦਾ ਹੈ। ਪਰ ਸ਼ੁਕਰ ਮਾਲਕ ਦਾ, ਜੇ ਉਹ ਕੋਈ ਚਾਹਵੇ ਤਾਂ ਵੀ ਉਹਦੀ ਪ੍ਰਮਾਤਮਾ ਬਾਂਹ ਫੜੇ, ਉਹਦਾ ਸੁਪਨਾ ਪੂਰਾ ਹੋਵੇ। ਮੈਨੂੰ ਪੋਲੀਆ ਹੋ ਗਿਆ ਸੀ ਬਚਪਨ ਤੋਂ ਹੀ, 6-7 ਸਾਲ ਤੋਂ ਪੋਲੀਆ ਹੋ ਗਿਆ ਸੀਗਾ ਜੀ। ਇਸ ਕਰਕੇ ਮੈਂ ਹੈਂਡੀਕੈਪਟ ਹਾਂ ਜੀ। ਤੇ ਮੇਰੀ ਬੇਟੀ ਨੇ ਮੇਰੇ ਹਾਲਾਤ ਦੇਖੇ, ਹੌਲੀ ਹੌਲੀ ਉਹਨੂੰ ਵੱਡੀ ਹੁੰਦੀ ਗਈ, ਉਹਨੂੰ ਪਤਾ ਲੱਗਦਾ ਰਿਹਾ ਜੀ। ਫਿਰ ਉਹ ਮੇਰੇ ਨਾਲ ਮੋਢਾ ਲਾ ਕੇ ਮੋਢਾ ਤੇ ਅੱਗੇ ਕੰਮ ਸ਼ੁਰੂ ਕਰਾਇਆ ਜੀ ਉਹਦੇ ਨਾਲ। ਮੇਰੇ ਆਟੋ ਤੋਂ 5-6 ਸਾਲ ਹੋ ਗਏ ਜੀ, ਆਟੋ ਚਲਾ ਰਹੀ ਆ। ਉਹ ਮੇਰੇ ਨਾਲ ਜਾਂਦੀ ਹੈ, ਸ਼ਹਿਰ ਜਾਂਦੀ ਹੈ, ਸਕੂਲ ਵੀ ਜਾਂਦੀ ਸੀ, ਸਾਰੇ ਉਦੋਂ ਦੀ ਉਹ ਆਟੋ ਚਲਾਉਂਦੀ ਹੈ ਜੀ। ਸਮਾਜ ਵੀ ਨਹੀਂ ਦੇਖੀਏ ਤਾਂ ਜੀ ਆਪਾਂ ਕਹਿੰਦੇ ਆ ਵੀ ਕੁੜੀ ਆਟੋ ਚਲਾਉਂਦੀ ਹੈ, ਪਰ ਨਹੀਂ, ਜੋ ਵੀ ਮੰਨ ਲਓ ਕੁੜੀ ਆਟੋ ਚਲਾਉਂਦੀ ਆ, ਪਰ ਮੈਨੂੰ ਬਹੁਤ ਮਾਣ ਆ ਉਹਦੇ ਤੇ ਵੀ ਮੇਰੀ ਬੱਚੀ, ਮੇਰਾ ਮੁੰਡਾ ਹੀ ਆ ਜੀ ਉਹ। ਮੇਰਾ ਮੁੰਡਾ ਮੈਨੂੰ ਅੱਜ ਜਦੋਂ ਮੈਂ ਬੈਠਾ ਉਹਨਾਂ ਨਾਲ ਮੈਨੂੰ ਬਹੁਤ ਮਾਣ ਲੱਗਦਾ ਵੀ ਮੇਰਾ ਮੁੰਡਾ ਆਟੋ ਚਲਾ ਰਿਹਾ ਹੈ। ਪਰ ਸਮਾਜ ਦੇ ਮਗਰ ਨਹੀਂ ਜਾ ਸਕਦਾ ਜੀ, ਮੈਂ ਉਹਦੇ ਸੁਪਨਿਆਂ ਦੇ ਪਿੱਛੇ ਜਾ ਸਕਦਾ ਜੀ। ਮੈਂ ਇਹੀ ਮੰਗ ਕਰਦਾ ਜੀ ਕਿ ਕੋਈ ਸਰਕਾਰ ਵੱਲੋਂ ਕੋਈ ਉਹਨੂੰ ਸਹੂਲਤ ਮਿਲੇ, ਪੜ੍ਹਾਈ ਦੀ ਹੋਵੇ, ਤੇ ਪੜ੍ਹਾਈ ਕਰਕੇ ਉਹ ਆਪਦੇ ਪੈਰਾਂ ਤੇ ਖੜੀ ਹੋ ਜਾਵੇ। ਮੇਰੀ ਬੇਟੀ ਬਹੁਤ ਲਾਇਕ ਬਣਦਾ, ਬਹੁਤ ਵਧੀਆ, ਸਾਨੂੰ ਬਹੁਤ ਮਾਣ ਆ ਇਹ 'ਤੇ। ਬਹੁਤ ਵਧੀਆ, ਹਰੇਕ ਮੈਨੂੰ ਕਹਿੰਦਾ ਇਹੋ ਜਿਹੀ ਬੇਟੀ ਜੰਮੀ ਆ, ਇਹੋ ਜਿਹੀਆਂ ਧੀਆਂ ਘਰ ਘਰ ਹੋਣ ਜਿਹੋ ਜਿਹੀ ਤੁਹਾਡੀ ਬੇਟੀ ਆ। ਕੰਮ ਵੀ ਕਰਦੀ ਆ, ਛੋਟੀ ਨੂੰ ਵੀ ਪੜ੍ਹਾਉਂਦੀ ਆ, ਆਪਦੀ ਭੈਣ ਨੂੰ, ਤੇ ਆਪਦੇ ਡੈਡੀ ਨਾਲ ਵੀ ਹੱਥ ਦੁਕਾਨ 'ਤੇ ਵਟਾਉਂਦੀ ਆ। ਜ਼ਿੰਮੇਵਾਰੀ ਇਹਦੇ ਸਿਰ 'ਤੇ ਆ ਜੀ। ਮੈਂ ਤਾਂ ਢਿੱਲੀ ਮਿੱਸੀ ਰਹਿੰਦੀ ਆ ਵੀ, ਜਾਣੀ ਕਿ ਪਹਿਲਾਂ ਵੀ ਮੈਂ ਬਿਮਾਰ ਸੀ, ਜਦੋਂ ਜ਼ਿਆਦਾ ਬਿਮਾਰ ਸੀਗੀ ਉਦੋਂ ਮੇਰਾ ਇਲਾਜ ਕਰਵਾਇਆ ਸੀ, ਹੈਲਪ ਕਰੀ ਸੀ ਕਿਸੇ ਨੇ ਇਲਾਜ ਕਰਵਾਉਣ 'ਚ, ਇਲਾਜ ਕਰਵਾਇਆ ਸੀ ਵੀ ਮੈਂ ਠੀਕ ਹੋ ਗਈ। ਹੁਣ ਥੋੜ੍ਹਾ ਮੋਟਾ ਕੰਮ ਮੈਂ ਕਰ ਲੈਂਦੀ ਆ। ਇਹ ਵਿਚਾਰੀ ਜੇ ਕੋਈ ਨਰਮੇ ਵਾਲਾ ਆ ਜਾਂਦਾ ਤਾਂ ਨਰਮੇ ਨੂੰ ਵੀ ਵਗ ਜਾਂਦੀ ਆ, ਨਰਮਾ ਵੀ ਚੁਗਦੀ ਆ, ਘਰ ਦਾ ਕੰਮ ਵੀ ਕਰਦੀ ਆ ਕੇ। ਸਾਨੂੰ ਤਾਂ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਵੀ ਬੇਟਿਆਂ ਬਰੋਬਰ ਕੰਮ ਕਰ ਰਹੀ ਆ। ਜਦੋਂ ਮੈਂ ਨਾਲ ਜਾਂਦੀ ਆ ਪਿਛਲੀ ਸੀਟ 'ਤੇ ਬਹਿ ਕੇ, ਤੇ ਮੇਰਾ ਨਾ ਸ਼ੇਰ ਖੂਨ ਹੋਰ ਵੱਧ ਜਾਂਦਾ ਵੀ ਮੇਰਾ ਪੁੱਤ ਆਟੋ ਚਲਾ ਰਿਹਾ। ਅੱਜ ਤਾਂ ਜੀ ਕਹਿੰਦਾ ਕੁੜੀ ਆਟੋ ਚਲਾਉਂਦੀ ਆ, ਕਾਸੇ 'ਚ ਮਾਰੂਗੀ, ਐਂ ਕਰ ਦੂਗੀ, ਬਾਹ ਕਰ ਦੂਗੀ, ਪਰ ਸਾਨੂੰ ਨਹੀਂ ਲੱਗਦਾ ਵੀ ਕਾਸੇ 'ਚ ਮਾਰੂਗੀ। ਕਿਉਂ, ਇਹ ਪੂਰਾ ਪੱਕਾ ਵਧੀਆ ਡਰਾਈਵਰ। ਇਹਦੇ ਡੈਡੀ ਨੇ ਦੇਖ ਲਾ, 1 ਸਾਲਾਂ ਦੀ ਸੀਗੀ ਜਦੋਂ ਦੀ ਇਹਨੇ ਸਾਫ਼ ਕਰਨਾ ਆਟੋ। ਇਹਨੇ ਹੌਲੀ ਹੌਲੀ ਆਪਦੇ ਡੈਡੀ ਨੂੰ ਕਹਿਣਾ, ਡੈਡੀ ਮੈਨੂੰ ਆਟੋ ਸਿਖਾ ਦੇ, ਤੇ ਇਹ ਕਹਿਣ ਦਾ ਨਾ ਪੁੱਤ ਵੀ ਨਹੀਂ, ਇਹ ਕਹਿੰਦੀ ਨਹੀਂ ਮੈਨੂੰ ਆਟੋ ਸਿਖਾ ਦੇ। ਅਸੀਂ ਆਖਿਆ ਵੀ ਚੱਲ ਠੀਕ ਆ, ਵੀ ਆਪਣੇ ਬੇਟਾ ਤਾਂ ਨਹੀਂ ਹੈ, ਵੀ ਇਹੀ ਬੇਟਾ, ਇਹਨੇ ਬੇਟਿਆਂ ਬਰੋਬਰ ਸਾਡੀ ਕੋਈ ਸਾਨੂੰ ਇਹੋ ਜਿਹੇ ਦਿਲ ਤੇ ਨਹੀਂ ਲਾਉਣ ਦਿੱਤੀ ਵੀ ਸਾਡੇ ਬੇਟਾ ਹੈ ਨਹੀਂ। ਇਹੀ ਬੇਟਾ ਸਾਡਾ, ਤਾਂ ਵੱਡਾ ਹੀ ਬੇਟਾ ਇਹ ਆ। ਛੋਟੀ ਮੇਰੀ ਬੇਟੀ ਆ, ਇਹ ਵੱਡਾ ਮੇਰਾ ਬੇਟਾ ਗਾ। ਪਹਿਲਾਂ ਤਾਂ ਜੀ ਜਦ ਸਕੂਲ ਜਾਂਦੇ ਸੀਗੇ, ਸਕੂਲ ਲੱਗਦੇ ਸੀਗੇ, ਉਦੋਂ ਤਾਂ ਇਹ ਸਕੂਲ ਤਾਂ ਹੀ ਆਟੋ ਚਲਾ ਕੇ ਜਾਂਦੀ ਸੀਗੀ, ਫਿਰ ਪੜ੍ਹ ਕੇ ਵਾਪਸ ਲਿਆਉਂਦੀ ਸੀ ਆਪਦੇ ਡੈਡੀ ਦੇ ਨਾਲ ਆਟੋ, ਤੇ ਉਦੋਂ ਤਾਂ ਚਲਾਉਂਦੇ ਸੀਗੇ। ਹੁਣ ਲੋਕਡਾਊਨ ਕਰਕੇ ਹੁਣ ਇਹਦਾ ਵੀ ਕੰਮ ਖੜ ਰਿਹਾ ਗਾ। ਇਹ ਨਹੀਂ, ਹੁਣ ਨਰਮੇ ਨੁਰਮੇ 'ਤੇ ਵਗ ਜਾਂਦੀ ਆ ਵਿਚਾਰੀ ਆ ਕੇ। ਜੇ ਕੋਈ ਕਹਿ ਦਿੰਦਾ ਗੇੜੇ ਗੂੜੇ ਵਾਲਾ ਇੱਥੇ ਦੂਰ ਨੇੜੇ ਸਵਾਰੀ ਛੱਡਣੀ ਹੋਵੇ, ਉਦੋਂ ਇਹ ਵਗ ਜਾਂਦੀ ਆ। ਜਿਵੇਂ ਜੇਲ੍ਹ ਤਾਈਂ, ਨਹਿਰ ਤਾਈਂ, ਇਹਦਾ ਲਾਇਸੈਂਸ ਨਹੀਂ ਜੀ ਬਣਿਆ ਹਜੇ ਤਾਈਂ। ਜੇ ਇਹਦਾ ਲਾਇਸੈਂਸ ਬਣ ਜੇ ਫਿਰ ਇਹ ਸ਼ਹਿਰ 'ਚ ਵੀ ਚਲਾਉਣ ਲੱਗ ਜੇ। ਸਾਨੂੰ ਡਰ ਲੱਗਦਾ ਵੀ ਕੋਈ ਚਲਾਨ ਨਾ ਕੱਟ ਦੇ, ਵੀ ਜਾਂ ਕੋਈ ਉਹ ਨਾ ਕਰ ਦੇ, ਕੋਈ ਫੜ ਫੋੜ ਨਾ ਲਵੇ। ਸਾਡਾ ਤਾਂ ਇਹੀ ਕਹਿਣਾ ਜੀ ਵੀ ਬੇਟੀ ਸਾਡੀ ਬੇਟਿਆਂ ਬਰੋਬਰ ਹੀ ਆ। ਸਾਡੀ ਬੇਟੀ ਨਾਲ ਇਹੋ ਜਿਹੀ ਦੁਰਘਟਨਾ ਕੋਈ ਨਹੀਂ, ਵੀ ਸਾਨੂੰ ਤਾਂ ਮਾਣ ਆਗਾ ਵੀ ਨਹੀਂ ਹੋ ਸਕਦੀ।
ਕਿਉਂ ਸਾਡੀ ਬੇਟੀ ਤੇ ਸਾਨੂੰ ਇੰਨਾ ਮਾਣ ਆ ਵੀ ਪੁੱਤਾਂ ਬਰੋਬਰ ਕੰਮ ਕਰ ਰਹੀ ਆ ਇਹ। ਸਾਨੂੰ ਕੋਈ ਕਮੀ ਮਹਿਸੂਸ ਨਹੀਂ ਹੁੰਦੀ ਵੀ ਸਾਡੇ ਬੇਟਾ ਹੈ ਨਹੀਂ। ਸਾਡੀ ਕਮੀ ਜਿਹੜੀ ਹੁੰਦੀ ਸਾਰੀ ਪੂਰੀ ਆ ਜੀ, ਇਹਦੇ ਕਰਕੇ ਵਿਚਾਰੀ ਕਰਕੇ ਵੀ ਕੰਮਕਾਰ ਸਾਡਾ ਵਧੀਆ ਚੱਲੀ ਜਾਂਦਾ। ਚੱਲ ਇਹ ਵਿਚਾਰੀ ਆਪਦੇ ਡੈਡੀ ਦੀ ਹੈਲਪ ਕਰਾ ਰਹੀ ਆ ਵੀ ਹੋਰ ਵੀ ਭੈਣ ਭਾਈਆਂ ਨੇ ਕਿਸੇ ਨੇ ਮਦਦ ਕਰੀ ਸੀ ਵੀ ਵਧੀਆ ਸਾਡੀ। ਸਾਨੂੰ ਇਹ 'ਤੇ ਬਹੁਤ ਮਾਣ ਆ, ਮਾਣ ਹੀ ਦਿੱਤਾ ਸਭ ਨੇ ਇਹਨੂੰ। ਸੋ ਇਹ ਸੀਗੇ ਸੁਖਵਿੰਦਰ ਦੇ ਪੇਰੈਂਟਸ ਜਿਨ੍ਹਾਂ ਦੀ ਜ਼ੁਬਾਨੀ ਤੁਸੀਂ ਸੁਣਿਆ ਕਿ ਉਹਨਾਂ ਦੇ ਆਪਣੀ ਬੱਚੀ ਵਾਸਤੇ ਕੀ ਕੁਝ ਖੁਆਇਸ਼ਾਂ ਨੇ, ਬੱਚੀ ਦੀਆਂ ਜਿਹੜੀਆਂ ਖੁਆਇਸ਼ਾਂ ਨੇ ਉਹਨਾਂ ਨੂੰ ਵੀ ਪੂਰਾ ਕਰਨਾ ਚਾਹੁੰਦੇ ਨੇ ਤੇ ਮਦਦ ਦੀ ਉਮੀਦ ਕਰ ਰਹੇ ਨੇ ਉਹ ਸੁਸਾਇਟੀ ਕੋਲੋਂ ਦੀ, ਸਰਕਾਰਾਂ ਕੋਲੋਂ ਦੀ, ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਮਦਦ ਹੈ ਉਹਨਾਂ ਤੱਕ ਪਹੁੰਚ ਸਕੇ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਕੁੜੀਆਂ ਨੇ ਜਿਹੜੀਆਂ ਕਿ ਕੰਮ ਕਰਦੀਆਂ ਨੇ, ਅੱਗੇ ਆਉਣਾ ਚਾਹੁੰਦੀਆਂ ਨੇ। ਸਾਡੀ ਦਿਲੋਂ ਦਰਖਾਸਤ ਇਹੀ ਹੁੰਦੀ ਹੈ ਕਿ ਹਰ ਇੱਕ ਨੂੰ ਮਦਦ ਮਿਲੇ, ਕੋਈ ਵੀ ਇਦਾਂ ਦਾ ਨਾ ਹੋਵੇ ਜਿਹਨੂੰ ਕਿ ਇਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨਾ ਪਵੇ। ਸੋ ਉਮੀਦ ਇਹੋ ਹੈ ਕਿ ਹਰ ਇੱਕ ਕੁੜੀ ਜਿਹੜੀ ਹੈ ਜੋ ਕੁਝ ਸੁਪਨਾ ਆਪਣੇ ਦਿਲ ਦੇ ਵਿੱਚ ਲੈ ਕੇ ਚੱਲਦੀ ਆ ਉਸ ਚੀਜ਼ ਨੂੰ ਅਚੀਵ ਕਰ ਸਕੇ। ਸੋ ਜਿਸ ਤਰੀਕੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੜੀਆਂ ਨੂੰ ਸੰਘਰਸ਼ ਕਰਨਾ ਪਿਆ ਆਪਣੀ ਹੋਂਦ ਵਾਸਤੇ, ਉਹ ਅੱਗੇ ਹੋਰ ਇਸ ਤੋਂ ਜ਼ਿਆਦਾ ਨਾ ਕਰਨਾ ਪਵੇ। ਬਹੁਤ ਸਾਰੇ ਕੇਸਿਸ ਸੁਸਾਇਟੀ ਦੇ ਵਿੱਚ ਆਉਂਦੇ ਰਹਿੰਦੇ ਨੇ, ਜਿਵੇਂ ਕਿ ਅਸੀਂ ਬਲਾਤਕਾਰ ਦੇ ਕੇਸਿਸ ਵਿੱਚੋਂ ਦੀ ਸੁਣ ਲੈਂਦੇ ਆ। ਇਸ ਤਰੀਕੇ ਦੀ ਘਟਨਾਵਾਂ ਜਿਹੜੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਠੱਲ ਪਾਈ ਜਾ ਸਕੇ, ਇਹਦੇ ਵਾਸਤੇ ਵੀ ਕਦਮ ਚੁੱਕੇ ਜਾਣੇ ਚਾਹੀਦੇ ਨੇ। ਸੋ ਉਹ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਉੱਥੋਂ ਦੀ ਲੈ ਕੇ ਹੁਣ ਤੱਕ ਪਹੁੰਚ ਗਏ ਆ ਤਾਂ ਇੱਥੋਂ ਦੀ ਅੱਗੇ ਤੱਕ ਦਾ ਸਫ਼ਰ ਵੀ ਬਹੁਤ ਸਮਾਂ ਲੱਗੇਗਾ। ਹੋਰ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਹਾਲਾਤ ਜਿਹੜੇ ਹੋਰ ਸੁਖਾਵੇਂ ਹੋਣਗੇ ਤਾਂ ਜੋ ਕੁੜੀਆਂ ਖੁੱਲ੍ਹ ਕੇ ਬਾਹਰ ਨਿਕਲ ਕੇ ਹਰ ਕੋਈ ਕੰਮ ਕਰ ਸਕਣ। ਤੇ ਅਨੂੰ, ਜਿਸ ਤਰੀਕੇ ਨਾਲ ਅਸੀਂ ਇਸ ਬੱਚੀ ਦੇ ਹਾਲਾਤ ਦਿਖਾਏ, ਘਰ ਦੇ ਹਾਲਾਤ ਦਿਖਾਏ, ਜਿਸ ਤਰ੍ਹਾਂ ਸਟਰਗਲ ਕਰਦੀ ਉਹ ਵੀ ਦਿਖਾਇਆ। ਸੋ ਸਾਡੀ ਸੁਸਾਇਟੀ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਹੈਗੇ ਨੇ। ਦੇਖੋ, ਗਵਰਨਮੈਂਟ ਤੇ ਸਰਕਾਰਾਂ ਹਰ ਕਿਸੇ ਤੱਕ ਪਹੁੰਚ ਪਾਉਂਦੀਆਂ ਵੀ ਨਹੀਂ, ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜ਼ਿਆਦਾ ਸਮਾਂ ਤਾਂ ਸਿਆਸਤ ਵਿੱਚ ਲੰਘ ਜਾਂਦਾ ਉਹਨਾਂ ਦਾ। ਸੋ ਅਜਿਹੇ ਜਿਹੜੇ ਪਰਿਵਾਰਾਂ ਵੱਲ ਧਿਆਨ ਦੇਣਾ ਸ਼ਾਇਦ ਇੰਨਾ ਮੁਨਾਸਿਬ ਨਹੀਂ ਹੈ ਸਾਡੀਆਂ ਸਰਕਾਰਾਂ ਦੇ ਲਈ, ਕਿਉਂਕਿ ਸਾਡੀਆਂ ਜੋ ਪਾਲਿਸੀਜ਼ ਨੇ, ਜੋ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਨੇ, ਉਹ ਜਿਹੜੇ ਦਾਅਵਿਆਂ ਤੇ ਵਾਅਦਿਆਂ ਵਿੱਚ ਜ਼ਿਆਦਾ ਰਹਿੰਦੀਆਂ ਨੇ। ਹਕੀਕਤ ਦੇ ਤੌਰ ਤੇ, ਜੇ ਹਕੀਕੀ ਤੌਰ ਤੇ ਦੇਖੀਏ, ਜ਼ਮੀਨੀ ਪੱਧਰ ਤੇ ਦੇਖੀਏ, ਤਾਂ ਉਹ ਮਦਦ ਜਿਹੜੀ ਆ ਆਮ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀ। ਉਸ ਤੋਂ ਇਲਾਵਾ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਲੋਕ ਨੇ ਅਜਿਹੇ ਜਿਹੜੇ ਅਜਿਹੇ ਲੋਕਾਂ ਦੀ ਮਦਦ ਕਰਦੇ ਨੇ। ਸੋ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਅਜਿਹਾ ਹੋਏਗਾ ਜਿਹੜਾ ਕਿ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਏਗਾ, ਜਿਹੜਾ ਇਸ ਬੱਚੀ ਦੀ ਸਹਾਇਤਾ ਕਰੇਗਾ ਤਾਂ ਜੋ ਉਹ ਪੜ੍ਹ ਲਿਖ ਸਕੇ, ਉਹ ਆਪਣਾ ਸੁਪਨਾ ਪੂਰਾ ਕਰ ਸਕੇ। ਸੁਖਵਿੰਦਰ ਚਾਹੁੰਦੀ ਆ ਕਿ ਉਹ ਆਪਣੀ ਪੜ੍ਹਾਈ ਪੂਰੀ ਕਰੇ ਤੇ ਉਹ ਟੀਚਰ ਬਣੇ, ਤੇ ਉਹ ਚਾਹੁੰਦੀ ਆ ਕਿ ਆਪਣੀ ਘਰ ਦੀਆਂ ਜ਼ਿੰਮੇਵਾਰੀਆਂ ਉਹ ਖੁਦ ਜਿਹੜੀਆਂ ਉਠਾਵੇ। ਸੋ ਉਮੀਦ ਕਰਦੇ ਹਾਂ ਕਿ ਸ਼ੇਡਸ ਆਫ ਵਿਮਨ ਦੇ ਵਿੱਚ ਅੱਜ ਅਸੀਂ ਤੁਹਾਨੂੰ ਸੁਖਵਿੰਦਰ ਦੇ ਨਾਲ ਮਿਲਵਾਇਆ, ਤੇ ਸੁਖਵਿੰਦਰ ਪ੍ਰੇਰਨਾ ਸਰੋਤ ਬਣੇਗੀ ਹੋਰ ਸਮਾਜ ਦੇ ਲਈ ਵੀ। ਤੇ ਸਾਡੇ ਸਮਾਜ ਵਿੱਚ ਅਜਿਹੀਆਂ ਬੱਚੀਆਂ ਜਿਹੜੀਆਂ ਕੁਝ ਕਰਨਾ ਚਾਹੁੰਦੀਆਂ ਨੇ, ਸਾਡੇ ਸਮਾਜ ਵੱਲੋਂ ਵੀ ਉਹਨਾਂ ਦੇ ਲਈ, ਉਹਨਾਂ ਦੀ ਮਦਦ ਦੇ ਲਈ ਹੱਥ ਵਧਾਇਆ ਜਾਏਗਾ। ਸੋ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।